ਤੇ ਪਟਵਾਰੀ ਦੇ ਲੌਗਇਨ ਤੋਂ ਬਾਅਦ ਕੀ ਹੈ ਕਿ ਆਈਐਲਐਮਐਸ ਦੇ ਵਿੱਚ ਜਦੋਂ ਪਟਵਾਰੀ ਆਪਣਾ ਲੌਗਇਨ ਕਰੇਗਾ, ਲੌਗਇਨ ਕਰਨ ਤੋਂ ਬਾਅਦ ਉਹੀ ਭੂ-ਨਕਸ਼ਾ ਦਾ ਇੱਕ ਟੈਬ ਹੋਏਗੀ, ਟੈਬ ਤੇ ਕਲਿੱਕ ਕਰਾਂਗੇ ਤਾਂ ਡਾਇਵਰਟ ਹੋ ਜਾਏਗਾ, ਡਾਇਵਰਟ ਹੋ ਕੇ ਉਹਨਾਂ ਦੇ ਪਿੰਡਾਂ ਦਾ ਰਿਕਾਰਡ ਉਰੇ ਸ਼ੋਅ ਕਰਨਾ ਸ਼ੁਰੂ ਕਰ ਦੇਗਾ। ਫਿਲਹਾਲ ਇਹ ਇੱਕ ਵੈਸੀ ਉਹ ਪਿੰਡ ਹੈ ਕਿ ਸੈਂਪਲ ਵਿਲੇਜ ਹੈ ਜਿਹਨੂੰ ਤੁਸੀਂ ਦੇਖ ਰਹੇ ਹੋ ਇਸ ਵਕਤ, ਉਦੋਵਾਲ। ਠੀਕ ਹੈ, ਉਦੋਵਾਲ ਵਿਲੇਜ ਏਐਸਐਮ ਵੱਲੋਂ ਅਪਲੋਡ ਕਰ ਦਿੱਤਾ ਗਿਆ। ਇਸ ਦੀਆਂ ਜਿਹੜੇ ਸਪੋਰਟਿੰਗ ਫਾਈਲਸ ਹੈ ਉਹ ਵੀ ਤੁਹਾਡੇ ਕੋਲ ਅਪਲੋਡ ਹੋ ਗਈਆਂ। ਠੀਕ ਹੈ, ਤੁਹਾਡੇ ਕੋਲ ਪਟਵਾਰੀ ਕੋਲ ਇਸ ਤਰੀਕੇ ਦੇ ਨਾਲ ਕੀਤਾ ਹੋਇਆ ਕੰਮ ਤੁਹਾਨੂੰ ਵਿਜ਼ੂਅਲੀ ਸ਼ੋ ਹੋਏਗਾ। ਠੀਕ ਹੈ, ਕਿ ਕਿਹੜੇ ਵਿਲੇਜ ਹੈ ਔਰ ਵਿਲੇਜ ਦੇ ਡਾਇਮੈਂਸ਼ਨਸ ਕੀ ਹੈ, ਸਾਰੀ ਚੀਜ਼ਾਂ ਉਸ ਨੂੰ ਦੇਖਾਂਗੀਆਂ। ਇਸ ਤੋਂ ਬਾਅਦ ਪਟਵਾਰੀ ਦਾ ਕੰਮ ਕੀ ਹੈ, ਪਟਵਾਰੀ ਦੇ 2 ਜਾਂ 3 ਟਾਸਕ ਮੇਜਰ ਹੈ। ਪਹਿਲਾ ਕੰਮ ਹੈ ਮਲਟੀਪਲ ਪਲਾਟ ਡਿਵੀਜ਼ਨ और स्प्लिट प्लॉट। अगर सिंगल खसरे के उपर काम करना है तो स्प्लिट प्लॉट, अगर मल्टीपल खसरे के उपर काम करना है, मल्टीपल खसरा कितने काम आएगा, अगर तुमने रोड, सूआ, नहर, कस्सी, जो भी इस तरह के लीनियर फीचर है, रेलवे, अगर ये चीज़ों ड्रा करना है मल्टीपल पॉलीगन, मान लो मैं इतों शुरू किया आ पिंड के खसरे शुरू करके इतने तक एक रोड कढ़ना नीचे तक, तो एक सिंगल टाइम के सारे खसरे सिलेक्ट हो जाएंगे, उसके बेस से ही आप एक ड्रा कर लेंगे रोड। ठीक है, तब मल्टीपल प्लॉट डिवीजन और स्प्लिट प्लॉट 2 काम। रिपोर्ट वाला काम ਤੁਹਾਨੂੰ ਮੈਂ ਦੱਸਿਆ ਨਾ ਕਿ ਡੀਐਸਐਮ ਤੋਂ ਲੈ ਕੇ ਤਹਿਸੀਲਦਾਰ ਤੱਕ ਰਿਪੋर्ट ਜਿਹੜੀ 3 ਫੰਕਸ਼ਨ ਹੈ, 3 ਪਹਿਲੇ ਵਾਲਾ ਡਿਲੀਟ ਹੋ ਜਾਏਗਾ, ਪਹਿਲੇ 3 ਜਿਹੜੇ ਫੰਕਸ਼ਨ ਹੈ 3 ਫੰਕਸ਼ਨ ਚੱਲਦੇ ਰਹਿਣਗੇ ਉਸੇ ਤਰੀਕੇ ਨਾਲ। ਹੈਲਪ ਆਪਣੇ ਕੋਲ ਹੈ ਨਹੀਂ ਤੇ ਐਕਸਪੋਰਟ ਤਾਂ ਤੁਹਾਡੇ ਕੋਲ ਨਹੀਂ ਹੋਏਗਾ ਕਿਉਂਕਿ ਏਐਸਐਮ ਕੋਲ ਹੀ था ना। ਤਾਂ ਕੀ ਕੰਮ ਹੋ ਗਿਆ ਆਪਣੇ ਕੋਲ, ਮਲਟੀਪਲ ਪਲਾਟ ਔਰ ਸਪਲਿਟ ਪਲਾਟ। ਠੀਕ ਹੈ, ਹੁਣ ਆਪਾਂ ਇਹਦੇ ਪਰ ਕੰਮ ਕਰਦੇ ਆ। ਸਪਲਿਟ ਪਲਾਟ ਦੇ ਉੱਪਰ ਪਹਿਲਾਂ ਸਿੰਗਲ ਖਸਰੇ ਵਾਲਾ ਕੰਮ ਕਰਕੇ ਦੇਖਦੇ ਆ ਕਿ ਆਪਣੇ ਕੋਲ ਉਦੋਵਾਲ ਪਿੰਡ ਹੈ, ਉਦੋਵਾਲ ਪਿੰਡ ਦਾ ਮੈਂ ਸਪਲਿਟ ਪਲਾਟ ਕਰਨਾ। ਸਪਲਿਟ ਪਲਾਟ ਕਰਨ ਤੋਂ ਬਾਅਦ ਮੈਂ ਕੀ ਕਰਨਾ ਕਿ ਸਪਲਿਟ ਪਲਾਟ ਤੇ ਕਲਿੱਕ ਕੀਤਾ, ਇਹ ਤੁਹਾਡੇ ਕੋਲ ਇਨਵੈਲਿਡ ਪਲਾਟ ਨੰਬਰ ਦਿਖਾ ਰਿਹਾ। ਇਨਵੈਲਿਡ ਇਸ ਕਰਕੇ ਦਿਖਾ ਰਿਹਾ ਕਿ ਤੁਸੀਂ ਇੱਥੇ ਕੋਈ ਪਲਾਟ ਸਿਲੈਕਟ ਹੀ ਨਹੀਂ ਕੀਤਾ ਹੈਗਾ, ਇਸ ਕਰਕੇ ਤੁਹਾਡੇ ਲਈ ਜ਼ਰੂਰੀ ਹੈ ਕਿ ਇੱਥੋਂ ਇੱਕ ਵਾਰ ਸਿਲੈਕਟ ਕਰ ਲਿਓ। ਸਿਲੈਕਟ ਕਰਨ ਤੋਂ ਬਾਅਦ ਕੀ ਹੈ ਕਿ ਫੋਰ ਐਗਜ਼ਾਮਪਲ ਮੈਂ ਇੱਕ ਸਿਲੈਕਟ ਕਰ ਲੈਣਾ ਆ 1 ਨੰਬਰ। ਠੀਕ ਹੈ, ਉਹ ਮੇਰੇ ਯਾਦ ਵੀ ਰਹੇਗਾ, ਤੁਸੀਂ ਵੀ ਯਾਦ ਰੱਖ ਲਿਓ ਇਹਨੂੰ ਕਿ ਕਿਹੜੀ ਡਾਇਰੈਕਸ਼ਨ ਤੇ ਹੈ। ਫਿਲਹਾਲ ਆ ਟੌਪ ਤੇ ਹੈ 1 ਨੰਬਰ। ਠੀਕ ਹੈ, 1 ਨੰਬਰ ਜਦੋਂ ਮੈਂ ਸਿਲੈਕਟ ਕੀਤਾ ਤਾਂ ਮੈਂ ਸਪਲਿਟ ਪਲਾਟ ਤੇ ਕਲਿੱਕ ਕਰੂੰਗਾ। ਸਪਲਿਟ ਪਲਾਟ ਕਰਨ ਤੋਂ ਬਾਅਦ ਇੱਕ ਨਵੀਂ ਵਿੰਡੋ ਖੁੱਲੇਗੀ। ਨਵੀਂ ਵਿੰਡੋ ਦੇ ਵਿੱਚ ਕੀ ਹੈ ਕਿ ਤੁਹਾਡੇ ਕੋਲ ਸਾਰੇ ਆਹ ਟੂਲਸ ਡਿਸਪਲੇ ਕਰੇਗਾ। ਇਸ ਦੇ ਵਿੱਚ ਜਿਹੜੇ 3 ਟੂਲ ਮੇਨ ਜਿਹੜੇ ਪਟਵਾਰੀ ਵੱਲੋਂ ਯੂਜ਼ ਕਰਨੇ ਆ ਉਹ 3 ਟੂਲ ਹੈਗੇ ਆ। ਪਹਿਲਾ ਤਾਂ ਇੱਕ ਹੈ ਸ਼ੋ ਵਰਟੀਕਲਸ। ਠੀਕ ਹੈ, ਤੁਹਾਡੇ ਕੋਲ ਲਿਖਿਆ ਵੀ ਆ ਰਿਹਾ, ਸ਼ੋ ਵਰਟੀਕਲਸ ਦੇ ਉੱਪਰ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ V1, V2, V3 ਔਰ V4 ਆ 4 ਪੁਆਇੰਟ ਲਿਖੇ ਆ ਗਏ। ਇਹ 5 ਵੀ ਹੋ ਸਕਦੇ ਨੇ, 6 ਵੀ ਹੋ ਸਕਦੇ ਨੇ। ਇਹਦਾ ਮਤਲਬ ਇਹ ਹੈ ਕਿ ਇਹਨਾਂ ਪੁਆਇੰਟਾਂ ਤੋਂ ਮਿਲ ਕੇ ਇਹ ਖਸਰਾ ਜਿਹੜਾ ਬਣਿਆ, ਠੀਕ ਹੈ, ਡਰਾ ਹੋਇਆ। ਠੀਕ ਹੈ, ਬੇਸਿਕ ਮੈਥਮੈਟਿਕ ਰੂਲਸ ਹੈ, ਇਹਨੂੰ ਕੋਈ ਉਹ ਹੈ ਨਹੀਂ, ਸਾਰੇ ਅੰਡਰਸਟੈਂਡ ਕਰਾਂਗੇ ਇਹਨੂੰ। ਤੁਹਾਡੇ ਕੋਲ ਡਾਇਮੈਂਸ਼ਨ ਜਿਹੜੀਆਂ ਉਹ ਕਰਮਾਂ ਦੇ ਵਿੱਚ ਦਿਖ ਰਹੀਆਂ। ਠੀਕ ਹੈ ਆਲਰੇਡੀ। ਤੇ ਉਸ ਤੋਂ ਬਾਅਦ ਆਪਣੇ ਕੋਲ ਦੂਸਰਾ ਸੈਕੰਡ ਫਸਟ ਟੂਲ ਜਿਹੜਾ ਹੈ ਉਹ ਯੂਜ਼ ਕਰਨਾ ਆਪਾਂ ਨੇ ਆਰਕ ਮੈਥਡ ਐਡਜਸੈਂਟ ਸਾਈਡ। ਆਰਕ ਮੈਥਡ ਐਡਜਸੈਂਟ ਸਾਈਡ ਦੇ ਵਿੱਚ ਕੀ ਹੋਏਗਾ ਕਿ ਤੁਸੀਂ ਜਦੋਂ ਇਹਨੂੰ ਸਿਲੈਕਟ ਕਰੋਗੇ, ਠੀਕ ਹੈ, ਤੁਹਾਡੇ ਕੋਲ ਇੱਕ ਟੂਲ ਖੁੱਲ ਜਾਏਗਾ ਆਰਕ ਮੈਥਡ। ਆਰਕ ਮੈਥਡ ਐਡਜਸੈਂਟ ਕੀ ਹੁੰਦਾ ਹੈ ਕਿ ਮੈਂ ਇੱਕ ਪੁਆਇੰਟ ਚੂਜ਼ ਕੀਤਾ V4, ਆ V4 ਪਿਆ ਆ ਵਾਲਾ ਟੌਪ ਤੇ। ਠੀਕ ਹੈ, ਇਹਨੂੰ ਸਕਰੀਨ ਬੜੀ ਕਰ ਲੈਣਾ। ਆ V4 ਪਿਆ, ਮੈਂ ਇਸ ਦੇ 2 ਐਡਜਸੈਂਟ ਮਤਲਬ ਕਿ ਇਹਦੇ 2 ਐਡਜੁਆਇਨਿੰਗ ਜਿਹੜੀ ਸਾਈਡਸ ਆ ਉਹ ਕਿਹੜੀਆਂ V4 ਦੇ ਲਈ V1 ਵੀ ਹੈ, V4 ਤੋਂ V3 ਵੀ ਹੈ, V2 ਨਹੀਂ ਹੈਗਾ। ਇਹਦੀ ਜਿਹੜੀ 2 ਐਡਜੁਆਇਨਿੰਗ ਹੋਣਗੇ ਨਾ ਉਸ ਦੇ ਉੱਪਰ ਅਗਰ ਮੈਨੇ ਕੋਈ ਪੁਆਇੰਟ ਲੈਣਾ ਤਾਂ ਉਹਦੇ ਵਾਸਤੇ ਆਪਾਂ ਕੀ ਕਰਾਂਗੇ ਐਡਜਸੈਂਟ ਸਾਈਡ ਵਾਲਾ ਆਰਕ ਮੈਥਡ ਯੂਜ਼ ਕਰਾਂਗੇ। ਇਸ ਦੇ ਵਿੱਚ ਕੀ ਹੈ ਕਿ ਮੈਂ V4 ਤੋਂ V1 ਦੀ ਤਰਫ ਚੂਜ਼ ਕਰ ਲੂੰਗਾ। V1 ਦੀ ਤਰਫ ਫੋਰ ਐਗਜ਼ਾਮਪਲ 25 ਦਾ ਇੱਕ ਪੁਆਇੰਟ ਲੈਣਾ, 25 ਕਰਮ ਤੇ, 25 ਤੇ ਕਰਮ ਤੇ ਇੱਕ ਪੁਆਇੰਟ ਕ੍ਰੀਏਟ ਹੋ ਜਾਏਗਾ। ਫਿਰ ਉਸੇ ਤਰੀਕੇ ਨਾਲ ਮੈਂ V3 ਤੇ ਮਤਲਬ ਕਿ V4 ਤੋਂ V3 ਦੇ ਵਿੱਚ ਇੱਕ ਮੈਂ ਪੁਆਇੰਟ ਲੈਣਾ 15 ਕਰਮ ਤੇ। ਜਦੋਂ 15 ਔਰ 25 ਨੂੰ ਕੀਤਾ ਤਾਂ ਉਹਨੇ ਇੱਕ ਪੁਆਇੰਟ ਕਰਤਾ। ਹੁਣ ਮੰਨ ਲਓ ਇਹਦੇ ਇਨ ਬਿਟਵੀਨ ਤੋਂ ਉਹਨੇ ਕੋਈ ਪੁਆਇੰਟ ਲੈਣਾ ਹੈ। ਠੀਕ ਹੈ, ਉਸ ਦੇ ਵਾਸਤੇ ਕੀ ਹੈ ਕਿ ਜਿਹੜਾ ਪਹਿਲਾ ਸਰਕਲ ਪਹਿਲਾ ਪੁਆਇੰਟ ਬਣਿਆ था ਉਸ ਤੇ ਪ੍ਰਕਾਰ ਜਿਹਨੂੰ ਆਪਾਂ ਕਹਿੰਦੇ ਆ ਕੰਪਾਸ ਹੈ ਨਾ, ਕੰਪਾਸ ਰੱਖ ਕੇ ਅਗਰ ਆਪਾਂ ਸਰਕਲ ਖਿੱਚੀਏ ਔਰ ਇੱਧਰ ਪਰ ਸਰਕਲ ਖਿੱਚੀਏ ਸੋ ਡੈਟ ਕਿ ਆਪਣਾ ਇੱਕ ਪੁਆਇੰਟ ਕ੍ਰੀਏਟ ਹੋ ਜਾਏਗਾ ਉਹਨੇ ਕਰਮ ਤੇ। ਠੀਕ ਹੈ, ਉਸ ਦੇ ਵਾਸਤੇ ਮੈਂ ਇੱਕ ਸਿੰਪਲ ਜਿਹਾ ਲੈ ਲੈਣਾ ਕਿ ਫਸਟ ਆਰਕ ਰੇਡੀਅਸ, ਪਹਿਲਾ ਪੁਆਇੰਟ ਆ ਜਨਰੇਟ ਹੋਇਆ ਤਾਂ ਪਹਿਲਾ ਪੁਆਇੰਟ ਇੱਥੋਂ ਬਣੇਗਾ। ਤਾਂ ਮੈਂ ਇਸ ਦੇ ਵਾਸਤੇ 26 ਦਾ ਇੱਕ ਸਰਕਲ ਲੈ ਲਿਆ। ਠੀਕ ਹੈ, 26 ਦੇ ਸਰਕਲ ਤੋਂ ਬਾਅਦ 26 ਜ਼ਿਆਦਾ ਹੋ ਗਿਆ, ਮੈਂ ਲੈ ਲੈਣਾ 16।
ਆ 16 ਦਾ ਸਰਕਲ ਤੁਹਾਨੂੰ ਦਿਖ ਰਿਹਾ, ਠੀਕ ਹੈ। 16 ਦਾ ਸਰਕਲ ਇੱਧਰ ਲੈ ਲਿਆ, ਔਰ ਦੂਜੇ ਸੈਕਿੰਡ ਆਰਕ ਤੋਂ ਮੈਂ ਕੀ ਕੀਤਾ ਕਿ 10 ਦਾ ਲੈ ਲਿਆ। ਜਦੋਂ ਮੈਂ 10 ਦਾ ਇੱਥੋਂ ਲਿਆ ਤਾਂ ਆਪਣੇ ਕੋਲ ਆਹ ਇੰਟਰਸੈਕਟ ਹੋ ਗਏ, ਠੀਕ ਹੈ। ਤੁਹਾਡੇ ਕੋਲ ਪੁਆਇੰਟ ਕ੍ਰੀਏਟ ਹੋ ਗਿਆ। ਹੁਣ ਇਸ ਦੇ ਵਿੱਚ ਦੋ ਇੰਟਰਸੈਕਸ਼ਨ ਹੈ, ਸਰਕਲ ਦੋ ਜਗ੍ਹਾ ਕੱਟ ਰਿਹਾ ਹੈ, ਇੱਕ ਇੱਥੇ ਕੱਟ ਰਿਹਾ, ਇੱਕ ਇੱਥੇ ਕੱਟ ਰਿਹਾ। ਹੁਣ ਇਹ ਤੁਸੀਂ ਦੇਖਣਾ ਕਿ ਤੁਸੀਂ 16 ਔਰ 10 ਕਿੱਥੇ ਰੱਖਣਾ, P2 ਤੇ ਰੱਖਣਾ ਜਾਂ P1 ਤੇ ਰੱਖਣਾ। ਮੈਂ P2 ਤੇ ਕਲਿੱਕ ਕੀਤਾ, ਠੀਕ ਹੈ। ਇਹਨੂੰ ਓਕੇ ਕਰੂੰਗਾ ਤਾਂ ਤੁਹਾਡੇ ਕੋਲ ਇਹ ਤਤੀਮਾ ਇਨਕੋਰਪੋਰੇਟ ਹੋ ਗਿਆ। ਜੋ ਇੱਕ ਨੰਬਰ ਹੈ ਉਹਦਾ P1 ਆ ਗਿਆ, ਇਹਦਾ P2 ਆ ਗਿਆ। ਇਸ ਤੋਂ ਬਾਅਦ ਕੀ ਕਰਨਾ ਹੈ ਕਿ ਤੁਸੀਂ ਇਸ ਇੱਧਰਲੀ ਸਾਈਡ ਜਿਹੜਾ ਤੁਹਾਡੇ ਕੋਲ ਪਲਾਟ ਨੰਬਰ ਹੈ, ਇਸ ਦੇ ਵਿੱਚ ਇਹਨੂੰ ਨੰਬਰ ਦੇ ਦਿਓ। ਮੰਨ ਲਓ ਮੈਂ ਇਹਨੂੰ ਦੇ ਰਿਹਾ 1/1, ਠੀਕ ਹੈ, P1 ਨੂੰ, ਔਰ P2 ਨੂੰ ਦੇ ਰਿਹਾ ਮੈਂ 1/2। ਔਰ ਇਸ ਦੀ ਜਿਹੜਾ ਏਰੀਆ ਤੁਹਾਨੂੰ ਸਕੁਅਰ ਮੀਟਰ ਦੇ ਵਿੱਚ ਆਲਰੇਡੀ ਸ਼ੋ ਕਰ ਹੀ ਰਿਹਾ, ਠੀਕ ਹੈ, ਕਿ ਇਹ ਜਿਹੜਾ ਨੰਬਰ ਖਸਰਾ ਕਿਵੇਂ ਦਿਖ ਰਿਹਾ ਤੁਹਾਨੂੰ, ਠੀਕ ਹੈ। ਹੁਣ ਉਸ ਤੋਂ ਬਾਅਦ ਕੀ ਹੈ ਕਿ ਇਹ ਟੂਲ ਦਾ ਵਾਸਤੇ ਅਗਰ ਮੈਂ ਇਹਨੂੰ ਸੇਵ ਕਰ ਦੂੰਗਾ ਤਾਂ ਸੇਵ ਕਰਨ ਤੋਂ ਬਾਅਦ ਜਿਹੜੀ ਆ ਤਤੀਮਾ ਕੱਟਿਆ, ਇਹ ਤਤੀਮਾ ਤੁਹਾਡੇ ਕੋਲ ਐਜ਼ ਇਟ ਐਜ਼ ਕਾਨਗੋ ਕੋਲ ਚਲਾ ਜਾਏਗਾ, ਠੀਕ ਹੈ, ਰਿਵਿਊ ਵਾਸਤੇ। ਬਟ ਕਾਨਗੋ ਇਸ ਨੂੰ ਦੇਖ ਸਕੇਗਾ ਔਰ ਇਸ ਨੂੰ ਅਪਰੂਵ ਜਾਂ ਡਿਸਅਪਰੂਵ ਕਰੇਗਾ। ਅਗਰ ਡਿਸਅਪਰੂਵ ਕਰੇਗਾ ਤਾਂ ਪਟਵਾਰੀ ਕੋਲ ਵਾਪਸ ਆ ਜਾਏਗਾ ਕਿ ਹਾਂ ਇਹ ਅਪਰੂਵ ਨਹੀਂ ਹੋਇਆ, ਤਾਂ ਪਟਵਾਰੀ ਇਹਨੂੰ ਦੁਬਾਰਾ ਡਰਾ ਕਰੇਗਾ। ਜੋ ਵੀ ਗਲਤੀ ਪੇਸ਼ੀ ਹੋਏਗੀ ਉਹ ਰਿਵਿਊ ਕਰੇਗਾ ਪਟਵਾਰੀ। ਅਗਰ ਓਕੇ ਹੋ ਗਿਆ ਤਾਂ ਕਾਨਗੋ ਅੱਗੇ ਤਹਿਸੀਲਦਾਰ ਨੂੰ ਭੇਜ ਦੇਣਗੇ। ਤਾਂ ਹੁਣ ਆਪਣੇ ਕੋਲ ਆ ਦੋ ਨੰਬਰ ਆ ਗਏ, ਉਹਨਾਂ ਦੇ ਖਸਰੇ ਨੰਬਰ ਵੀ ਆਪਾਂ ਨੇ ਦੱਸਦੇ ਕਿ ਇਹਦਾ 1/1 1/1 ਉਧਰ ਵੀ ਕਰ ਸਕਦੇ, ਇੱਧਰ ਵੀ ਕਰ ਸਕਦੇ, ਉਹਦਾ ਏਰੀਆ ਵੀ ਇੱਧਰ ਤੁਹਾਨੂੰ ਦਿਖ ਰਿਹਾ। ਤੇ ਇਹਨੂੰ ਓਕੇ ਕਰਾਂਗਾ, ਸੇਵ ਹੋ ਜਾਏਗਾ। ਮੈਂ ਇਹਨੂੰ ਓਕੇ ਨਹੀਂ ਕਰਦਾ ਬਿਕੋਜ਼ ਮੈਂ ਤੁਹਾਨੂੰ ਇੱਕ ਹੋਰ ਟੂਲ ਇਹਦਾ ਨਾਲ ਦਿਖਾਉਣਾ ਚਾਹ ਰਿਹਾ। ਤੇ ਉਸ ਟੂਲ ਵਾਸਤੇ ਕੀ ਹੈ ਕਿ ਮੈਂ ਇਹਨੂੰ ਰਿਫਰੈਸ਼ ਕਰ ਲੈਣਾ ਸੋ ਡੈਟ ਕਿ ਦੁਬਾਰਾ ਇਹ ਆਪਣੇ ਕੋਲ ਖਸਰਾ ਆ ਜਾਵੇ। ਮੈਂ ਉਹੀ ਸੇਮ ਤਰੀਕੇ ਨਾਲ ਇਸ ਦਾ ਟੂਲ ਔਨ ਕੀਤਾ, ਠੀਕ ਹੈ, ਜਿਹਦੇ ਨਾਲ ਮੈਨੂੰ ਇਹ ਸਾਰੇ ਇਹਦੇ ਡਾਇਮੈਂਸ਼ਨ ਦੇ ਕੇ। ਔਰ ਇੱਕ ਆਪਣੇ ਕੋਲ ਮੈਥਡ ਹੈ ਆਰਕ ਮੈਥਡ, ਆਹ ਵਾਲਾ ਆਰਕ ਮੈਥਡ ਓਪੋਜ਼ਿਟ ਸਾਈਡ। ਆਰਕ ਮੈਥਡ ਓਪੋਜ਼ਿਟ ਸਾਈਡ ਦੇ ਵਿੱਚ ਕੀ ਹੈ ਕਿ ਤੁਸੀਂ ਤੁਹਾਡੇ ਕੋਲ ਉਹੀ ਸਾਰੀ ਆਪਸ਼ਨ ਆ ਗਈਆਂ ਕਿ ਕਿਹੜੇ ਪੁਆਇੰਟ ਤੋਂ ਤੁਹਾਨੇ ਨੰਬਰ ਲੈਣਾ। ਮੈਂ V1 ਤੋਂ ਸੌਰੀ V4 ਤੋਂ ਹੀ ਚੱਲਦਾ, ਚਲੋ V4 ਤੋਂ ਮੈਂ ਇੱਕ ਤਤੀਮਾ ਕੱਟਣਾ ਇਸ ਤਰ੍ਹਾਂ ਸਟ੍ਰੇਟ ਲਾਈਨ, ਆਹ ਵਾਲਾ ਤਤੀਮਾ ਕੱਟਣਾ 15 ਕਰਮਾਂ ਤੇ, ਠੀਕ ਹੈ। 15 ਕਰਮਾਂ ਤੇ ਮੈਂ ਕੀ ਕਰਾਂ, ਇਹਨੂੰ ਕੱਟਣਾ ਤਾਂ ਮੈਂ V1 ਦੀ ਤਰਫ ਇੱਕ 15 ਕਰਮ ਦਾ ਪੁਆਇੰਟ ਲਊਂਗਾ। 15 ਕਰਮ ਇੱਥੇ ਕੀਤਾ, ਪੁਆਇੰਟ ਆ ਗਿਆ 15 ਕਰਮ ਤੇ, ਠੀਕ ਹੈ। 15 ਕਰਮ ਤੇ ਆ ਗਿਆ। ਦੂਸਰਾ ਮੈਂ ਪੁਆਇੰਟ ਲੈ ਰਿਹਾ ਇਸ ਦੇ ਵਿੱਚੋਂ V3 ਤੋਂ, V3 ਆ ਪਿਆ, ਠੀਕ ਹੈ, ਨੀਚੇ ਜਿਹੜਾ ਤੁਹਾਨੂੰ ਦਿਖ ਰਿਹਾ। ਇਸ ਤੋਂ ਵੀ ਮੈਂ 15 ਕਰਮ ਦਾ ਕਿੱਧਰਲੀ ਸਾਈਡ ਤੇ ਲਊਂਗਾ, V2 ਦੀ ਤਰਫ। V2 ਇੱਥੋਂ ਸਿਲੈਕਟ ਕਰ ਲਾਂਗੇ, ਆਪਣਾ V2 ਹੈ, ਆ V4 ਹੈ। ਇੱਧਰ ਲੈਣਾ ਪੁਆਇੰਟ ਜਾਂ ਇੱਧਰ ਲੈਣਾ ਪੁਆਇੰਟ, ਤਾਂ ਤੁਸੀਂ ਇੱਧਰ ਸਿੰਪਲੀ ਮੈਂ ਕਹੂੰਗਾ ਕਿ V2 ਦੀ ਤਰਫ 15 ਲੈ ਲੈ। ਤਾਂ 15 ਅਗਰ ਮੈਂ ਓਕੇ ਕਰਤਾ ਤਾਂ ਤੁਹਾਡੇ ਕੋਲ ਆਹ 15 ਦੇ ਦੋ ਉਹ ਆਪਣੇ ਨੰਬਰ ਆ ਗਏ ਆ, ਠੀਕ ਹੈ। ਇਹਨੂੰ ਓਕੇ ਕਰ ਦੋਗੇ ਤਦ ਵੀ ਓਕੇ ਹੋ ਜਾਏਗਾ। ਇਨ ਕੇਸ ਉਹਨੇ ਇਹਦੇ 'ਚ ਇੱਕ ਕੋਈ ਆਪਣਾ ਪੁਆਇੰਟ ਲੈਣਾ ਹੈ ਨਾ, ਫੋਰ ਐਗਜ਼ਾਮਪਲ ਮੈਂ ਇਹਨੂੰ ਚੇਂਜ ਕਰਕੇ ਦਿਖਾਉਂਦਾ ਥੋੜ੍ਹਾ ਜਿਹਾ ਕਿ ਮੈਂ ਇੱਧਰ ਲੈ ਲਿਆ 15 ਦਾ, ਔਰ 15 ਤੋਂ ਲੈਣ ਤੋਂ ਬਾਅਦ ਇਸ ਦੇ ਸਰਕਲ, ਪਹਿਲਾ ਆਰਕ ਸਰਕਲ ਮੈਂ 10 ਦਾ ਲੈ ਲਿਆ, ਦੂਸਰਾ ਆਰਕ ਸਰਕਲ ਮੈਨੇ ਲੈ ਲਿਆ 18 ਦਾ, ਠੀਕ ਹੈ। ਇਸ ਨੂੰ ਇਸ ਤਰੀਕੇ ਦੇ ਨਾਲ ਵੀ ਆਪਣਾ ਡਰਾ ਕਰ ਸਕਦੇ ਹਾਂ। ਜਦੋਂ ਓਕੇ ਕੀਤਾ ਤੁਹਾਡੇ ਕੋਲ ਇਹ ਤਤੀਮਾ ਆ ਜਾਏਗਾ। ਔਰ ਤਤੀਮੇ ਤੋਂ ਬਾਅਦ ਕੀ ਹੈ ਕਿ ਤੁਸੀਂ ਇਹਦੀ ਨੰਬਰਿੰਗ ਵਗੈਰਾ ਇਹਨੂੰ ਦੇ ਸਕੋਗੇ, ਠੀਕ ਹੈ, ਕਿ 1 ਕਿਹੜਾ ਰੱਖਣਾ, 2 ਕਿਹੜਾ ਰੱਖਣਾ। ਤਾਂ ਇਹ ਇੱਕ ਸਿੰਪਲ ਆਰਕ ਜਿਹੜਾ ਮੈਥਡ ਹੈ ਆਪੋਜ਼ਿਟ ਸਾਈਡ, ਔਰ ਆਰਕ ਮੈਥਡ ਐਡਜੈਸੈਂਟ ਸਾਈਡ। ਤੁਸੀਂ ਆਹ ਟ੍ਰੇਨਿੰਗ ਤੋਂ ਬਾਅਦ ਪ੍ਰੈਕਟਿਸ ਕਰੋਗੇ ਹੀ, ਤੁਹਾਡੇ ਕੋਲ ਅਸੀਂ ਬੈਠੇ ਆ ਉਹਦੇ ਪ੍ਰੈਕਟਿਸ ਕਰੋਗੇ, ਤੁਹਾਨੂੰ ਇਹ ਟੂਲ ਵਰਤ ਕੇ ਦੇਖਿਓ ਤੇ ਡੈਫੀਨੇਟਲੀ ਤੁਸੀਂ ਇਸ ਨੂੰ ਕੈਰੀ ਕਰ ਲਓਗੇ ਛੇਤੀ। ਤੇ ਇਹ ਤਿੰਨ ਟੂਲ ਜਿਹੜੇ ਆ ਇਹ ਯੂਜ਼ ਕਰਨੇ ਆ ਆਪਣੇ ਕਿਹਦੇ ਵਿੱਚ, ਸਪਲਿਟ ਪੋਲੀਗਨ, ਸਿੰਗਲ ਖਸਰੇ ਦੇ ਉੱਪਰ। ਹੁਣ ਮੈਂ ਚੱਲ ਰਿਹਾ ਤੁਹਾਡੇ ਕੋਲ ਮਲਟੀਪਲ ਖਸਰੇ ਵਾਸਤੇ। ਮਲਟੀਪਲ ਖਸਰੇ ਵਾਸਤੇ ਕੀ ਕਰਨਾ ਹੈ ਕਿ ਸਿੰਪਲੀ ਇਹਨੂੰ ਕਲੋਜ਼ ਕਰ ਦਿਓ। ਮੈਂ ਓਕੇ ਤਾਂ ਨਹੀਂ ਕੀਤਾ ਹੈਗਾ ਕਿ ਆਪਾਂ ਇਹਨੂੰ ਬਾਅਦ ਚੋਂ ਇੰਪਲੀਮੈਂਟ ਕਰਕੇ ਦੇਖ ਲਾਂਗੇ, ਠੀਕ ਹੈ। ਅਗਰ ਕਰਨਾ ਹੈ ਤਾਂ ਇੱਕ ਆਪਾਂ ਕਰਕੇ, ਅਗਰ ਤੁਸੀਂ ਕਹਿ ਰਹੇ ਹੋ ਤਾਂ ਮੈਂ ਇੱਕ ਕਰ ਦਿੰਦਾ ਸੋ ਡੈਟ ਕਿ ਜਦੋਂ ਕਾਨਗੋ ਦਾ ਲੌਗਇਨ ਕਰਾਂਗੇ ਤਾਂ ਕਾਨਗੋ ਵਾਲਾ ਵੀ ਉਹਨਾਂ ਕੋਲ ਵੀ ਆਪਣਾ ਹੋਏਗਾ। ਮੈਂ ਦੁਬਾਰਾ ਲੌਗਇਨ ਕਰਦਾ।
एक स्प्लिट मैं क्विकली करके देख रहा हूँ, करके मैं डायमेंशंस और आर्क आ वाला ले लेना ਤੇ V4 ਤੋਂ ਇੱਧਰ V1 ਦੀ ਤਰਫ V3 ਦੀ ਤਰਫ V4 और ओके करता वन ठीक है। ਇਸ ਦੇ ਵਿੱਚ ਮੈਂ ਨੰਬਰ ਵੀ ਐਡ ਕਰਤੇ ਆ। ਨੰਬਰ ਐਡ ਕਰਨ ਤੋਂ ਬਾਅਦ ਠੀਕ ਹੈ ਸਿੰਪਲੀ ਇਹਨੂੰ ਮੈਂ ਸੇਵ ਕਰ ਦਿੰਦਾ। ਸੇਵ ਕਰਨ ਤੋਂ ਬਾਅਦ ਇਹਦਾ ਕੋਈ ਨੰਬਰ ਦੇ ਦਿੰਦਾ ਠੀਕ ਹੈ ਔਰ ਇਹਨੂੰ ਠੀਕ ਹੈ ਪੈਂਡਿੰਗ ਦੇ ਵਿੱਚ ਆਲਰੇਡੀ ਉਹਨਾਂ ਕੋਲ ਚਲਾ ਗਿਆ ਠੀਕ ਹੈ। ਉਸ ਦੇ ਵਿੱਚ ਸੈਕਿੰਡ ਚੀਜ਼ ਆਪਾਂ ਕੀ ਕਰੀਏ ਕਿ ਅਗਲਾ ਆਪਾਂ ਹੁਣ ਇਹਨੂੰ ਰਿਫਰੈਸ਼ ਕਰਕੇ ਜਿਹੜਾ ਮਲਟੀਪਲ ਪਲਾਟ ਡਿਵੀਜ਼ਨ ਹੈ ਮਲਟੀਪਲ ਪਲਾਟ ਡਿਵੀਜ਼ਨ ਦੇ ਉੱਪਰ ਆਪਾਂ ਕਲਿੱਕ ਕਰਦੇ ਹਾਂ। ਮਲਟੀਪਲ ਪਲਾਟ ਡਿਵੀਜ਼ਨ ਦੇ ਵਿੱਚ ਕੀ ਕਰਨਾ ਹੈ ਕਿ ਤੁਸੀਂ ਸਿੰਪਲੀ ਇਹਨੂੰ ਅਨੇਬਲ ਕਰ ਲੈਣਾ। ਪਹਿਲਾਂ ਇੱਧਰ ਬਟਨ ਹੈ ਇੱਕ ਬਣਿਆ ਹੋਇਆ ਅਨੇਬਲ ਮਲਟੀਪਲ ਪਲਾਟ ਅਨੇਬਲ ਕਰੋਗੇ ਤਾਂ ਆਟੋਮੈਟਿਕਲੀ ਤੁਸੀਂ ਕੀ ਕਰੋਗੇ ਕਿ ਆਹ ਜਿਹੜੇ ਤਿੰਨ ਖਸਰ ਹਨ ਕੋਈ ਵੀ ਇੱਕ ਮੈਂ ਖੋਲ ਲੈਣਾ 6 ਜਾਂ 10 ਵਾਲਾ ਕਰ ਲੈਣਾ ਆਹ ਵਾਲਾ ਕਰ ਲੈਣਾ ਤਿੰਨ 1 17 16 ਔਰ 20 ਆਹ ਜਿਹੜੇ ਤਿੰਨ ਖਸਰੇ ਆ ਇਹਨੂੰ ਮੈਂ ਸਿਲੈਕਟ ਕਰਦਾ ਔਰ ਸਿਲੈਕਟ ਕਰਨ ਤੋਂ ਬਾਅਦ ਕੀ ਹੈ ਕਿ ਇੱਕ ਚੀਜ਼ ਧਿਆਨ ਦਿਓ ਕਿ ਇਸ ਦੇ ਵਿੱਚ ਗੈਪ ਨਹੀਂ ਹੋਣਾ ਚਾਹੀਦਾ। ਅਗਰ ਤੁਸੀਂ ਕਹੋਗੇ 19 ਸਿਲੈਕਟ ਕਰਨਾ ਹੈ 12 ਸਿਲੈਕਟ ਕਰਨਾ ਹੈ 13 ਕਰਨਾ ਹੈ ਉਹ ਹਮੇਸ਼ਾ ਐਡਜੁਆਇਨਿੰਗ ਹੋਣੇ ਚਾਹੀਦੇ ਨੇ ਆਪਸ 'ਚ ਜੁੜੇ ਹੋਣੇ ਚਾਹੀਦੇ ਨੇ ਤਦ ਉਹ ਤੁਸੀਂ ਇੰਪਲੀਮੈਂਟ ਕਰ ਪਾਓਗੇ ਨਾ। ਤੇ ਮੈਂ ਤਿੰਨ ਸਿਲੈਕਟ ਕੀਤੇ ਤਿੰਨ ਸਿਲੈਕਟ ਕਰਨ ਤੋਂ ਬਾਅਦ ਕੀ ਹੈ ਕਿ ਇੱਥੇ ਉੱਪਰ ਟੂਲ 'ਚ ਜਾਊਂਗਾ ਫਾਈਲ ਦੇ ਵਿੱਚ ਕੀ ਕਰਨਾ ਕਿ ਮਲਟੀਪਲ ਪਲਾਟ ਡਿਵੀਜ਼ਨ ਦੇ ਉੱਪਰ ਕਲਿੱਕ ਕਰ ਦੇਣਾ। ਮਲਟੀਪਲ ਪਲਾਟ ਡਿਵੀਜ਼ਨ ਦੇ ਉੱਪਰ ਜਦੋਂ ਕਲਿੱਕ ਕਰਾਂਗੇ ਤੁਹਾਡੇ ਕੋਲ ਵਿੰਡੋ ਓਪਨ ਆ ਜਾਏਗੀ ਔਰ ਤੁਹਾਡੇ ਕੋਲ ਇੱਕ ਆ ਟੂਲਸ ਆਉਣਗੇ ਤੁਸੀਂ ਇਹਨੂੰ ਪਕੜ ਕੇ ਕਿੱਥੇ ਮਰਜੀ ਇਹਨੂੰ ਰੱਖ ਸਕਦੇ ਹੋ ਠੀਕ ਹੈ। ਤੁਸੀਂ ਆਹ ਟੂਲਸ ਦੀ ਵਰਤੋਂ ਨਾਲ ਇਸ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਟੂਲ ਦਿਖ ਰਹੇ ਆ। ਇਹ ਟੂਲਸ ਦੇ ਵਿੱਚੋਂ ਸਿਰਫ 3 ਔਰ 4 ਟੂਲ ਹਨ ਜਿਹੜੇ ਤੁਸੀਂ ਯੂਜ਼ ਕਰਨੇ ਆ। ਪਹਿਲਾ ਦਾ ਟੂਲ ਹੈ ਅੰਡੂ ਔਰ ਰੀਡੋ। ਇਨ ਕੇਸ ਅਗਰ ਤੁਸੀਂ ਕੋਈ ਪੁਆਇੰਟ ਬਣਾਤਾ ਹੈ ਗਲਤ ਬਣ ਗਿਆ ਉਹਨੂੰ ਤੁਸੀਂ ਡਿਲੀਟ ਜਾਂ ਉਹਨੂੰ ਦੁਬਾਰਾ ਬੈਕਅਪ ਲੈ ਸਕਦੇ ਹੋ। ਅੰਡੂ ਔਰ ਰੀਡੋ ਯੂਜ਼ ਕਰ ਲਓ। ਅੰਡੂ ਰੀਡੋ ਤੋਂ ਯੂਜ਼ ਕਰਨ ਤੋਂ ਬਾਅਦ ਸੈਕਿੰਡ ਵਾਲਾ ਜਿਹੜਾ ਥਰਡ ਵਾਲਾ ਟੂਲ ਹੈ ਉਹ ਕੱਟ ਪੁਆਇੰਟ ਡਾਇਲੋਗ ਹੈ। ਕੱਟ ਪੁਆਇੰਟ ਡਾਇਲੋਗ ਤੋਂ ਬਾਅਦ ਜਿਹੜਾ ਤੁਸੀਂ ਅਗਲਾ ਯੂਜ਼ ਕਰਨਾ ਉਹ ਯੂਜ਼ ਕਰਨਾ ਹੈ ਸਪਲਿਟਰ ਲਾਈਨ ਯੂਜ਼ ਕਰਨੀ ਹੈ ਠੀਕ ਹੈ। ਸਪਲਿਟਰ ਲਾਈਨ ਤੋਂ ਬਾਅਦ ਜਿਹੜਾ ਪਟਵਾਰੀ ਨੇ ਯੂਜ਼ ਕਰਨਾ ਉਹ ਹੈ ਸਪਲਿਟ ਪੋਲੀਗਨ। ਪੋਲੀਗਨ ਤੋਂ ਬਾਅਦ ਜਿਹੜਾ ਲਾਸਟ ਵਾਲਾ ਹੈ ਉਸ ਦੇ ਵਿੱਚ ਕੀ ਹੈ ਕਿ ਐਟਰੀਬਿਊਟ ਟੈਸਟ ਐਟਰੀਬਿਊਟ ਲਿਸਟ ਐਟਰੀਬਿਊਟ ਲਿਸਟ ਇਹ ਜਿਹੜੇ ਚਾਰ ਟੂਲ ਹੈ ਇਹ ਚਾਰ ਟੂਲ ਦੇ ਬੇਸ ਤੇ ਤੁਹਾਡਾ ਹੋ ਜਾਏਗਾ। ਉਸ ਤੋਂ ਬਾਅਦ ਸੇਵ ਕਰੋਗੇ ਤਾਂ ਆਟੋਮੈਟਿਕਲੀ ਉਹ ਸੇਵ ਹੋ ਜਾਏਗਾ। ਹੁਣ ਮੰਨ ਲਓ ਆਪਾਂ ਇਹਦੇ ਪਰ ਇੱਕ 5 ਕਰਮ ਦੀ ਕੋਈ ਰੋਡ ਬਣਾ ਰਿਹਾ 5 ਕਰਮ ਦਾ ਠੀਕ ਹੈ। P2 ਤੋਂ ਇਧਰਲੀ ਸਾਈਡ ਨੀਚੋਂ ਇੱਕ ਰੋਡ ਕੱਟਦੇ ਆ ਇੱਥੇ ਤੱਕ 5 ਕਰਮ ਦਾ ਤਾਂ 5 ਕਰਮ ਦੇ ਰੋਡ ਵਾਸਤੇ ਆਪਾਂ ਕੀ ਕਰਨਾ ਸਿੰਪਲ ਇੱਕ ਆ ਟੂਲ ਯੂਜ਼ ਕਰ ਲਿਓ ਜਿਹੜਾ ਮੈਂ ਤੁਹਾਨੂੰ ਪਹਿਲੇ ਨੰਬਰ ਤੇ ਦੱਸਿਆ ਤਾਂ ਕੱਟ ਪੁਆਇੰਟ ਡਾਇਲੋਗ। ਜਦੋਂ ਤੁਸੀਂ ਇਹਨੂੰ ਸਿਲੈਕਟ ਕਰ ਲਓਗੇ ਤਾਂ ਤੁਹਾਡੇ ਕੋਲ ਆਟੋਮੈਟਿਕਲੀ ਸਨੈਪ ਹੋਏਗਾ ਪੁਆਇੰਟ ਜਾ ਕੇ ਨਾ ਲਾਈਨ ਦੇ ਉੱਪਰ। ਇਹ ਨਹੀਂ ਹੋਏਗਾ ਕਿ ਉਧਰੋਂ ਹੋ ਜਾਏਗਾ ਕਿੱਥੇ ਮਰਜ਼ੀ ਕਲਿੱਕ ਕਰ ਦਿਓ। ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਉੱਥੇ 5 ਕਰਮ ਲੱਭਦੇ ਫਿਰੋ ਇਸ ਤਰ੍ਹਾਂ ਕਰਕੇ ਨਾ ਵੀ 5 ਕਰਮ ਕਿੱਥੇ ਆ ਰਿਹਾ ਕਿੱਥੇ ਆ ਰਹੇ। ਸਿੰਪਲੀ ਕਿਤੇ ਵੀ ਕਲਿੱਕ ਕਰ ਦਿਓ। ਮੈਂ ਸੈਂਟਰ 'ਚ ਕਲਿੱਕ ਕਰਤਾ ਸੈਂਟਰ 'ਚ ਕਲਿੱਕ ਕਰੋਗੇ ਤਾਂ ਇੱਥੇ ਆ ਜਾਏਗਾ ਨੰਬਰ। ਇਸ ਦੇ ਵਿੱਚ ਮੈਂ ਇਹਦਾ ਨੰਬਰ ਦੇ ਦਿੱਤਾ 1 ਔਰ ਮੈਂ ਇਹਨੂੰ ਕਿਹਾ ਕਿ P2 ਤੋਂ 5 ਕਰਮ ਦਾ ਐਡ ਪੁਆਇੰਟ ਕਰ ਦੇ ਉਹਨੇ ਐਡ ਕਰਤਾ ਠੀਕ ਹੈ। ਤੇ ਉਸੇ ਤਰੀਕੇ ਨਾਲ ਫਿਰ ਮੈਂ ਦੁਬਾਰਾ ਡਾਇਲੋਗ ਚੱਕੂੰਗਾ ਤੇ ਇੱਧਰ ਕਲਿੱਕ ਕਰੂੰਗਾ ਇਹਨੂੰ ਮੈਂ 2 ਨੰਬਰ ਕਰਤਾ 2 ਨੰਬਰ ਤੋਂ ਬਾਅਦ ਮੈਂ ਉਹਨੂੰ ਕੀ ਕਿਹਾ ਕਿ P1 ਤੋਂ 5 ਕਰਮ ਦਾ ਇੱਕ ਹੋਰ ਐਡ ਕਰ ਦੇ 5 ਤੇ ਇੱਕ ਉਹਨੇ ਹੋਰ ਐਡ ਕਰਤਾ ਤੇ ਤੀਸਰੇ ਤੇ ਫਿਰ ਆ ਗਿਆ ਇੱਥੇ ਕਲਿੱਕ ਕੀਤਾ ਫਿਰ ਡਾਇਲੋਗ ਆਇਆ ਤੀਜਾ ਪੁਆਇੰਟ ਲਿਆ ਮੈਨੇ ਕਿ P5 ਤੋਂ P5 ਦੇ ਵਿੱਚ ਫਿਰ ਮੈਂ 5 ਕਰਮ ਕਰਤਾ ਐਡ ਪੁਆਇੰਟ ਆ ਗਿਆ ਠੀਕ ਹੈ। ਔਰ ਲਾਸਟ ਵਾਲਾ ਇੱਕ ਪੁਆਇੰਟ ਲੈ ਲਈਏ ਲਾਸਟ ਇੱਥੇ ਮੈਂ ਕਿਤੇ ਵੀ ਮਰਜ਼ੀ ਕਲਿੱਕ ਕਰਾਂ ਔਰ ਮੈਂ ਚੌਥਾ ਪੁਆਇੰਟ ਲਿਆ ਚੌਥਾ ਪੁਆਇੰਟ ਮੈਂ ਕਿੱਥੋਂ ਲੈਤਾ P7 ਤੋਂ P7 ਇੱਥੋਂ ਚੂਜ਼ ਕੀਤਾ P7 ਆ ਵਾਲਾ ਠੀਕ ਹੈ। P7 ਚੂਜ਼ ਕੀਤਾ ਔਰ ਇਸ ਤੋਂ ਮੈਂ ਬੈਕ 5 ਐਡ ਪੁਆਇੰਟ ਕੀਤਾ ਤਾਂ ਪੁਆਇੰਟ ਐਡ ਹੋ ਗਿਆ। ਹੁਣ ਤੁਹਾਡੇ ਕੋਲ ਪੁਆਇੰਟ ਐਡ ਹੋ ਗਏ ਨਾ ਸਿੰਪਲੀ ਪੁਆਇੰਟ ਐਡ ਕਰਨ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਅਗਲਾ ਟੂਲ ਦੱਸਿਆ था ਕਿ ਉਹ ਕਿਹੜਾ ਯੂਜ਼ ਕਰਨਾ ਉਹ ਕਰਨਾ ਸਪਲਿਟਰ ਲਾਈਨ। ਸਪਲਿਟਰ ਲਾਈਨ ਦੇ ਉੱਪਰ ਜਿਵੇਂ ਮੈਂ ਕਲਿੱਕ ਕਰੂੰਗਾ ਤੁਹਾਡੇ ਕੋਲ ਇੱਕ ਲਾਈਨ ਸਿਲੈਕਟ ਹੋ ਜਾਏਗੀ। ਤੁਸੀਂ ਪਹਿਲਾ ਪੁਆਇੰਟ ਅਗਰ ਕਲਿੱਕ ਕਰੋਗੇ
ਸਾਰੇ ਇੱਧਰ ਦੇਖੋ ਕਿ ਜਿਹੜਾ ਪਹਿਲਾ ਪੁਆਇੰਟ ਕਲਿੱਕ ਕਰੋਗੇ ਆਟੋਮੈਟਿਕਲੀ ਸਨੈਪ ਹੋ ਜਾਏਗਾ ਉਸ ਪੁਆਇੰਟ ਤੇ ਜਾ ਕੇ ਨਾ, ਠੀਕ ਹੈ, ਸੋ ਡੈਟ ਕਿ ਇਹ 'ਚ ਗੜਬੜ ਨਾ ਹੋਵੇ। ਤਾਂ ਪਹਿਲਾ ਪੁਆਇੰਟ ਸਿਲੈਕਟ ਕੀਤਾ ਉਰੇ, ਨਾਲ ਹੀ ਦੂਜਾ ਪੁਆਇੰਟ, ਨਾਲ ਹੀ ਤੀਜਾ, ਔਰ ਜਿਹੜਾ ਲਾਸਟ ਪੁਆਇੰਟ ਹੈ ਇੱਥੇ ਆ ਕੇ ਡਬਲ ਕਲਿੱਕ ਕਰ ਦਿਓ। ਡਬਲ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਇੱਕ, ਠੀਕ ਹੈ, ਉਹ ਲਾਈਨ ਡਰਾ ਹੋ ਜਾਏਗੀ। ਮੰਨ ਲਓ ਤੁਹਾਨੂੰ ਲੱਗਦਾ ਕਿ ਮੈंने ਗਲਤ ਬਣਾਤੀ ਤਾਂ ਇਹਨੂੰ ਅਨਡੂ ਕਰ ਸਕਦੇ ਹੋ, ਹੈ ਨਾ, ਰੀਡੂ ਕਰੋਗੇ ਤਾਂ ਦੁਬਾਰਾ ਆ ਜਾਏਗੀ, ਸਮਝੇ। ਅਗਰ ਕੋਈ ਪੁਆਇੰਟ डिलीट भी करना है तो डिलीट भी हो जाएगी, ਠੀਕ ਹੈ। ਤੇ ਮੈਂ ਇਹਨੂੰ ਫਿਰ ਇੱਕ ਵਾਰ ਡਰਾ ਕਰ ਲੈਂਦਾ। ਤੇ ਇਸ ਤੋਂ ਬਾਅਦ ਅਗਲਾ ਕੰਮ ਕੀ ਹੈ ਕਿ ਇਹਨੂੰ ਹੁਣ ਇਹ ਪੋਲੀਗਨ ਸਿੰਗਲ ਪੋਲੀਗਨ ਹੈ, ਤਾਂ ਸਿੰਗਲ ਪੋਲੀਗਨ ਨੂੰ ਸਪਲਿਟ ਕਰਨ ਵਾਸਤੇ ਇੱਕ ਮੈਂ ਟੂਲ ਦੱਸਿਆ ਸਪਲਿਟ ਪੋਲੀਗਨ। ਸਪਲਿਟ ਪੋਲੀਗਨ ਤੇ ਕਲਿੱਕ ਕਰੋਗੇ ਤਾਂ ਆਟੋਮੈਟਿਕਲੀ ਸਿਲੈਕਟ ਕਰ ਰਿਹਾ ਇਹ, ਠੀਕ ਹੈ। ਮੈਂ ਸਿੰਪਲੀ ਇਹਦੇ पर क्लिक करूंगा, ਇਹਦੇ ਦੋ ਹਿੱਸੇ ਕਰਤੇ ਉਹਨੇ। ਜੋ 22/17 था 22/17 ਦੋ ਵਾਰ ਦੇਖਣ ਲੱਗ ਗਿਆ ਹੁਣ ਤੁਹਾਨੂੰ, 22/17 ਇੱਥੇ ਵੀ ਦਿਖਾ ਰਿਹਾ, 22/17 ਇੱਥੇ ਵੀ ਦਿਖਾ ਰਿਹਾ। ਉਸੇ ਤਰੀਕੇ ਨਾਲ ਮੈਂ ਕੀ ਕਰੂੰਗਾ, ਸਪਲਿਟ ਪੋਲੀਗਨ ਇਹਨੂੰ ਕਲਿੱਕ ਕਰ ਦੂੰਗਾ, ਸਪਲਿਟ ਪੋਲੀਗਨ ਇਸ ਨੂੰ ਕਲਿੱਕ ਕਰ ਦੂੰਗਾ। ਇਹ ਦੋ ਟੋਟੇ ਹੋ ਗਏ ਆ, मतलब कि ਸਾਰੇ ਅਲੱਗ-ਅਲੱਗ ਸਪਲਿਟ ਹੋ ਚੁੱਕੇ ਆ। ਉਸ ਤੋਂ ਬਾਅਦ ਕੀ ਕਰਨਾ ਹੈ ਕਿ ਮੈਂ ਇਸਦੇ ਐਟਰੀਬਿਊਟ ਚੇਂਜ ਕਰਨੇ ਆ। ਐਟਰੀਬਿਊਟ ਚੇਂਜ ਕਰਨ ਵਾਸਤੇ ਮੈਂ ਕੀ ਕਰਨਾ ਕਿ ਇਹਨੂੰ ਓਪਨ ਕਰ ਲੈਣਾ, ਤੇ ਆ ਜਿਹੜੇ ਤੁਹਾਨੂੰ ਦਿਖ ਰਿਹਾ 17/1 ਹੈ ਨਾ, 17/1 ਦੇ ਪਿੱਛੇ ਮੈਂ 17/1 ਕਰਤਾ, ਠੀਕ ਹੈ। ਤੁਸੀਂ ਇਹਨੂੰ ਦੇਖ ਵੀ ਸਕਦੇ ਹੋ ਕਿ ਕਿਹੜੇ ਵਾਲਾ ਕਰਨਾ, 2 ਕਰਤਾ, ਉਸੇ ਤਰ੍ਹਾਂ 16 ਨੂੰ 1 ਕਰਤਾ, /1 ਔਰ /2 1 2 ਓਕੇ ਕਰੂੰਗਾ ਤਾਂ ਇੱਥੇ ਉਹ 17/1 ਔਰ 17/2 ਦਿਖਾਉਣ ਲੱਗ ਗਏ ਸਾਰਿਆਂ ਦੇ 1 ਔਰ 2। ਆ ਸਾਰੇ 2 ਵਾਲੇ ਹੋ ਗਏ, ਆ ਸਾਰੇ 1 ਵਾਲੇ ਹੋ ਗਏ, ਠੀਕ ਹੈ। ਤੇ ਤੁਹਾਨੂੰ ਦਿਖਾਇਆ। ਉਸ ਤੋਂ ਬਾਅਦ ਕੀ ਕਰਨਾ ਕਿ ਆ ਤੁਹਾਡੇ ਕੋਲ ਜਿਹੜੇ ਮੈਂ 4 ਟੂਲ ਤੁਹਾਨੂੰ ਪਹਿਲਾਂ ਲਿਖਾਏ ਇੱਥੇ ਸਟਾਰਟਿੰਗ 'ਚ, ਉਹੀ 4 ਟੂਲ ਮੈਂ ਯੂਜ਼ ਕੀਤੇ ਆ, ਹੋਰ ਜ਼ਿਆਦਾ ਮੈਂ ਟੂਲ ਯੂਜ਼ ਨਹੀਂ ਕੀਤੇ ਹੈਗੇ, ਠੀਕ ਹੈ। ਇਸ ਦੇ ਵਿੱਚ ਕੀ ਕਰਨਾ ਕਿ ਸੇਵ ਕਰਨਾ, ਤਾਂ ਸਿੰਪਲੀ ਇਹਨੂੰ ਸੇਵ ਕਰੋਗੇ, ਠੀਕ ਹੈ। ਇਹਦਾ ਕੋਈ ਵੀ ਨਾਮ ਦੋਗੇ, ठीक है, या सुआ कर देना, सुआ, ठीक है। डाटा सेव सक्सेसफुली। ਹੁਣ ਇਹ ਕਿੱਥੇ ਚਲਾ ਗਿਆ, ਕਾਨਗੋ ਕੋਲ ਚਲਾ ਗਿਆ, ਠੀਕ ਹੈ। ਮੈਂ ਓਕੇ ਕਰਤਾ। ਓਕੇ ਕਰਨ ਤੋਂ ਬਾਅਦ ਇਹਨੂੰ ਮੈਂ ਕਲੋਜ਼ ਕਰਤਾ, ਆਪਣਾ ਕੰਮ ਕਲੋਜ਼ ਕੀਤਾ ਕਿ ਤੁਹਾਡਾ ਇੱਕ ਆਹ ਵਾਲੇ ਜਿਹੜੇ ਖਸਰੇ ਆ, ਇਹ ਖਸਰੇ ਤੁਹਾਡੇ ਕੋਲ ਆਲਰੇਡੀ ਉੱਥੇ ਚਲੇ ਗਏ ਆ। ਜਦ ਤੱਕ ਰਿਵਿਊ ਨਹੀਂ ਹੁੰਦਾ ਹੈਗਾ ਉਧਰੋਂ ਕਾਨਗੋ ਔਰ ਤਹਿਸੀਲਦਾਰ ਉਹਨੂੰ ਓਕੇ ਨਹੀਂ ਕਰਦੇ, ਜਦ ਤੱਕ ਇੱਥੇ ਸ਼ੋ ਨਹੀਂ ਕਰਨੇ ਹੈਗੇ, ਮੇਨ ਮੈਪ ਤੇ ਸ਼ੋ ਨਹੀਂ ਕਰਨਗੇ। ਜਦੋਂ ਉਧਰੋਂ ਅਪਰੂਵ ਹੋ ਗਏ, ਇਹਨੇ ਆਟੋਮੈਟਿਕਲੀ ਇੱਥੇ ਕਟਿੰਗ ਕਰ ਦੇਣੀ ਹੈ, ਠੀਕ ਹੈ, ਔਰ ਉਹ ਨੰਬਰਿੰਗ ਉਹਦੀ ਕਰ ਦੇਣੀ ਹੈ। ਤਾਂ ਬੇਸਿਕਲੀ ਜਿਹੜਾ ਪਟਵਾਰੀ ਦਾ ਕੰਮ ਹੈ ਉਹ ਕੀ ਹੈ, ਮਲਟੀਪਲ ਪਲਾਟ ਡਿਵੀਜ਼ਨ ਔਰ ਸਪਲਿਟ ਪਲਾਟ, ਇਹ ਵਾਲੇ 2 ਟਾਸਕ ਉਹਨੇ ਕਰਨੇ ਆ। ਔਰ ਉਸ ਵਿੱਚ ਉਹਨੇ ਕੋਈ ਵੀ ਚੀਜ਼ ਯੂਜ਼ ਨਹੀਂ ਕਰਨੀ ਹੈਗੀ, ਬਾਕੀ ਸਾਰਾ ਕੁਝ ਉਹਦਾ ਡਿਸੇਬਲ ਹੈ। ਰਿਪੋਰਟ ਤਾਂ ਉਹ ਦੇਖ ਸਕਦਾ ਹੈ, ਰਿਪੋਰਟ ਉਹ ਵੀ ਕਰ ਸਕਦਾ, ਪ੍ਰਿੰਟ ਉਹ ਵੀ ਕੱਢ ਸਕਦਾ, ਸਭ ਕੁਝ ਉਹ ਕਰ ਸਕਦਾ, ਠੀਕ ਹੈ। ਤੇ ਇਸ ਦੇ ਬਾਅਦ